ਘਰ ਤੋਂ ਨਿਕਲਿਆ ਪ੍ਰदेश ਦੇ ਵਿੱਚ ਆਇਆ ਤਕਰੀਬਨ 10 ਸਾਲ ਦਾ ਅਰਸਾ ਹੋ ਗਿਆ। ਵੈਸੇ ਤਾਂ ਜਦੋਂ ਦੀ ਮੈਂ ਹੋਸ਼ ਸੰਭਾਲੀ ਆ, ਹੋਸ਼ ਕੀ ਜਦੋਂ ਦਾ ਆਈਡੀ ਕਾਰਡ ਮੇਰਾ ਬਣਿਆ ਉਦੋਂ ਤੋਂ ਮੈਂ ਪ੍ਰदेश ਹੀ ਕੱਟ ਰਿਹਾ, ਕਿਉਂਕਿ ਕੁਝ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਜਿਹੜੇ ਆਪਣੇ ਘਰ ਦੇ ਵਿੱਚ ਰਹਿ ਕੇ ਆਪਣਾ ਨਿਜ਼ਾਮ ਨਹੀਂ ਸੀ ਚਲਾ ਸਕਦੇ। ਔਰ ਆਈਡੀ ਕਾਰਡ ਬਣਿਆ ਉਦੋਂ ਤੋਂ ਕਿ ਅਸੀਂ ਕੋਈ ਕਿਸੇ ਲੈਂਡਲਾਰਡ ਘਰ ਦੇ ਵਿੱਚ ਨਹੀਂ ਹੈਗੇ, ਛੋਟੀ ਆਮ ਫੈਮਿਲੀ ਦੇ ਵਿੱਚੋਂ ਕਹਿ ਲਓ ਕਿ ਮਿਡਲ ਕਲਾਸ ਫੈਮਿਲੀ ਦੇ। ਗੱਲ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਹੁਣ ਪ੍ਰदेश ਦੇ ਵਿੱਚ ਨਾ ਅੱਜ 10 ਸਾਲ ਤੋਂ ਜ਼ਿਆਦਾ ਅਰਸਾ ਗੁਜ਼ਰ ਗਿਆ ਮੈਨੂੰ ਪ੍ਰदेश ਦੇ ਵਿੱਚ ਰਹਿੰਦੇ ਆਇਆ। ਅਗਰ ਮੈਂ ਆਪਣਾ ਨਿਜ਼ਾਮ ਚਲਾਉਣਾ ਹੋਵੇ ਨਾ, ਮੈਂ ਆਪਣੇ ਮੁਲਕ ਦੇ ਵਿੱਚ ਰਹਿ ਕੇ ਆਪਣਾ ਸਿਸਟਮ ਜਿਹੜਾ ਖੂਬ ਚਲਾ ਸਕਦਾ, ਆਪਣਾ ਖਰਚਾ ਮੈਂ ਖੂਬ ਚੱਕ ਸਕਦਾ। ਪ੍ਰदेश ਦੇ ਵਿੱਚ ਆਪਣੀ ਜਵਾਨੀ, ਆਪਣੀ ਜ਼ਿੰਦਗੀ, ਆਪਣੀ ਤਰ੍ਹਾਂ ਦੇ ਬੰਦੇ ਦੀ ਗੱਲ ਸੁਣਨ ਦਾ ਸਾਡਾ ਕੀ ਮਕਸਦ ਆ? ਅਸੀਂ ਸਿਰਫ ਔਰ ਸਿਰਫ ਪਿਛਲੇ ਨੂੰ ਖੁਸ਼ ਰੱਖਣ ਵਾਸਤੇ, ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਹੋਵੇ, ਉਹਨਾਂ ਨੂੰ ਹਰ ਸਹੂਲਤ ਦੇਣ ਵਾਸਤੇ ਅਸੀਂ ਅੱਜ ਜਿਹੜਾ ਪ੍ਰदेश ਕੱਟ ਰਹੇ ਹਾਂ। 10 ਸਾਲ ਤੋਂ ਜ਼ਿਆਦਾ ਅਰਸਾ ਜਿਹੜਾ ਆਪਣੀ ਜ਼ਿੰਦਗੀ ਦਾ ਦੇ ਚੁੱਕੇ ਹਾਂ, ਇੱਕ ਜ਼ਿੰਦਗੀ ਦਾ ਹਿੱਸਾ। ਅਗਰ ਇਹੀ ਮੈਂ ਆਪਣਾ ਨਿਜ਼ਾਮ ਚਲਾਉਣਾ ਹੁੰਦਾ, ਆਪਣਾ ਸਿਸਟਮ ਚਲਾਉਣਾ ਹੁੰਦਾ, ਆਪਣਾ ਖਰਚਾ ਚੁੱਕਣਾ ਹੁੰਦਾ, ਤੇ ਮੈਂ ਆਪਣੇ ਮੁਲਕ ਦੇ ਵਿੱਚ ਰਹਿ ਕੇ ਵੀ ਆਪਣਾ ਸਿਸਟਮ ਖੂਬ ਚਲਾ ਸਕਦਾ ਸੀਗਾ, ਆਪਣਾ ਖਰਚਾ ਮੈਂ ਖੂਬ ਚੁੱਕ ਸਕਦਾ ਸੀਗਾ। ਮੈਂ ਆਪਣੀ ਗੱਲ ਕਰ ਰਿਹਾ, ਤਕਰੀਬਨ ਅਗਰ ਕੰਮ ਕਰਨ ਵਾਲਾ ਬੰਦਾ ਆਣਾ ਅੱਜ ਦੇ ਦੌਰ ਦੇ ਵਿੱਚ 40 ਤੋਂ 50 ਹਜ਼ਾਰ ਰੁਪਈਆ ਜਿਹੜਾ ਨਾ ਬੰਦਾ ਪਾਕਿਸਤਾਨ ਦੇ ਵਿੱਚ ਕਮਾ ਸਕਦਾ, ਈਜ਼ੀਲੀ ਕਮਾ ਸਕਦਾ, ਕਿਸੇ ਵੀ ਜੌਬ ਕਰਕੇ ਜਾਂ ਕਿਸੇ ਤਰ੍ਹਾਂ ਵੀ ਨਾ। ਉਹ ਇੰਨਾ ਕੁ ਜਿਹੜੀ ਇਨਕਮ ਜਿਹੜੀ ਹੋ ਸਕਦੀ ਆ, ਠੀਕ ਆ, ਜਿਹੜਾ ਮਿਹਨਤ ਮਜ਼ਦੂਰੀ ਕਰਨ ਵਾਲਾ। ਕਿ ਇਹ ਨਹੀਂ ਮੈਂ ਕਹਿ ਸਕਦਾ ਕਿ ਜਿਹੜਾ ਵਿਹਲਾ ਲੱਤ ਤੇ ਲੱਤ ਰੱਖ ਕੇ ਬਹਿ ਜਾਵੇ, ਹੱਥ ਤੇ ਹੱਥ ਰੱਖ ਕੇ ਬੈਠਾ ਰਵੇ, ਉਹਨੂੰ ਇੰਨਾ ਜਿਹੜਾ ਪੈਸਾ ਹੋ ਜਾਵੇ ਮਹੀਨੇ ਦੀ, ਨਹੀਂ ਹੋ ਸਕਦੀ। ਅੱਛਾ, ਗੱਲ ਕਰਨ ਦਾ ਮਕਸਦ ਇਹ ਹੈ ਕਿ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਕੇ, ਆਪਣੀ ਜਵਾਨੀਆਂ ਦੇ ਕੇ, ਆਪਣਾ ਸਭ ਕੁਝ ਦੇ ਕੇ ਨਾ, ਅਗਰ ਅਸੀਂ ਪ੍ਰदेश ਕੱਟ ਰਹੇ ਹਾਂ ਨਾ, ਤਰ੍ਹਾਂ ਦੇ ਬੰਦੇ ਦੀ ਗੱਲ ਸੁਣ ਰਹੇ ਹਾਂ, ਉਹਦੇ ਵਿੱਚ ਰੀਜ਼ਨ ਕੀ ਆ? ਪਿਛਲੇ ਨੂੰ ਅਸੀਂ ਖੁਸ਼ ਰੱਖ ਸਕੀਏ। ਅਗਰ ਸਾਡੇ 10 ਸਾਲ ਦੀ ਜ਼ਿੰਦਗੀ ਦੇ ਕੇ ਜਾਂ 20 ਸਾਲ ਦੀ, ਇੱਥੇ ਤੱਕ ਮੈਂ ਸੁਣਿਆ ਕਿ 35 40 ਸਾਲ ਪ੍ਰਦੇਸ਼ਾਂ ਦੇ ਵਿੱਚ ਗੁਜ਼ਾਰ ਗਏ ਆ, ਤੇ ਜਦੋਂ ਵਾਪਸ ਜਾਣ ਲੱਗਦੇ ਆ ਉਹਨਾਂ ਨੂੰ ਫਿਰ ਇਹੀ ਸੋਚ ਹੁੰਦੀ ਹੈ ਕਿ ਯਾਰ ਮੇਰੇ ਘਰ ਦਾ ਨਿਜ਼ਾਮ ਕਿਸ ਤਰ੍ਹਾਂ ਚੱਲੇਗਾ। ਫਿਰ ਆਪਣੇ ਘਰ ਦੇ ਨਿਜ਼ਾਮ ਨੂੰ ਲੈ ਕੇ ਫਿਰ ਅੱਗੇ ਉਹੀ ਚੀਜ਼ ਰੱਖੀ ਹੁੰਦੀ ਹੈ ਕਿ ਯਾਰ ਮੈਂ ਚਲਾ ਗਿਆ ਤੇ ਮੇਰੇ ਤੋਂ ਬਗੈਰ ਅੱਗੇ ਮੈਂ ਇੱਥੋਂ ਪੈਸੇ ਭੇਜ ਰਿਹਾ ਸੀ ਤੇ ਘਰ ਦਾ ਨਿਜ਼ਾਮ ਚੱਲਦਾ ਸੀਗਾ, ਹੋਰ ਕੋਈ ਸਿਸਟਮ ਨਹੀਂ ਹੈਗਾ। ਤੇ ਜਦੋਂ ਮੈਂ ਘਰ ਚਲੇ ਗਿਆ ਤੇ ਨਿਜ਼ਾਮ ਨਹੀਂ ਮੇਰਾ ਚੱਲਣਾ, ਮੇਰਾ ਨਿਜ਼ਾਮ ਬੰਦ ਹੋ ਜਾਣਾ। ਇਸੇ ਪਰੇਸ਼ਾਨੀ ਦੇ ਨਾਲ ਖੁਦਾ ਦੀ ਕਸਮ ਕਈ ਬੰਦੇ ਦੀ ਡੈਥ ਹੋ ਜਾਂਦੀ ਆ। ਨਹੀਂ ਤੇ ਆਪਣੇ ਆਸ-ਪਾਸ ਦੇਖ ਲਵੋ ਤੇ ਤੁਹਾਨੂੰ ਇਦਾਂ ਦੇ 100 ਵਾਕਿਆਤ ਮਿਲਣੇ ਆ। ਜੇ ਅਗਰ ਮੈਂ ਕਿਸੇ ਨੂੰ ਗਲਤ ਕਹਿ ਰਿਹਾ, ਤੇ ਕਿਸੇ ਕੋਲ ਜਿਹੜੇ ਪ੍ਰदेश ਦੇ ਵਿੱਚ ਰਹਿੰਦੇ ਆ, ਜ਼ਾਰੀ ਗੱਲ ਆ, ਉਹ ਤਰ੍ਹਾਂ ਦੇ ਬੰਦਿਆਂ ਦੇ ਨਾਲ ਮਿਲਦੇ ਆ, ਤਰ੍ਹਾਂ ਦੇ ਲੋਕਾਂ ਦੇ ਨਾਲ ਮਿਲਦੇ ਆ। ਸਿਰਫ ਇੱਕ ਕੰਟਰੀ ਦੇ ਨਹੀਂ ਹੁੰਦੇ ਉਹਨਾਂ ਦੇ ਨਾਲ, ਹਰ ਕੰਟਰੀ ਦਾ ਹੁੰਦਾ ਉਹਦੇ ਨਾਲ। ਉਹਨਾਂ ਕੋਲੋਂ ਪੁੱਛ ਕੇ ਦੇਖ ਲਓ ਕਿ ਉਹਨਾਂ ਦੇ ਸਾਹਮਣੇ ਕਿੰਨੇ ਵਾਕਿਆਤ ਹੋਣੇ ਆ ਇਸ ਤਰ੍ਹਾਂ ਦੇ, ਵੀ ਆਪਣੀਆਂ ਘਰ ਦੀਆਂ ਟੈਨਸ਼ਨਾਂ ਲੈ ਕੇ ਆਪਣੇ ਆਪ ਨੂੰ ਆਪਣੇ ਇਲਾਜ ਦੇ ਵਾਸਤੇ ਪੈਸੇ ਨਾ ਰੱਖਣੇ, ਅਗਲੇ ਨੂੰ ਪੈਸੇ ਦੇਣੇ। ਆਪਣੀ ਜਦੋਂ ਸੈਲਰੀ ਮਿਲਦੀ ਹੈ ਨਾ, ਆਪਣੀ ਇਨਕਮ ਹੁੰਦੀ ਆ, ਆਪਣੀ ਮਹੀਨੇ ਬਾਅਦ ਜਿਹੜੀ ਸੈਲਰੀ ਮਿਲਦੀ ਆ, ਯਕੀਨ ਕਰੋ ਕਿ ਆਪਣੇ ਖਰਚੇ ਵਾਸਤੇ ਵੀ ਨਹੀਂ ਬਾਸ ਟਾਈਮ ਕੋਲ ਰੱਖਦੇ। ਮੈਂ ਕਈ ਵੀਡੀਓ ਦੇ ਵਿੱਚ ਕਹਿ ਚੁੱਕਿਆ, ਅੱਜ ਮੈਂ ਫਿਰ ਇਹੀ ਗੱਲ ਦੁਬਾਰਾ ਦੁਹਰਾ ਰਿਹਾ, ਆਪਣੇ ਖਰਚੇ ਵਾਸਤੇ ਵੀ ਨਹੀਂ ਬਾਸ ਟਾਈਮ ਹੁੰਦੇ। ਕੀ ਆ, ਸਾਡੇ ਘਰ ਵਾਲੇ ਪਿਛਲੇ ਜਿਹੜੇ ਉਹ ਖੁਸ਼ ਹੋ ਜਾਣ, ਉਹਨਾਂ ਵਾਸਤੇ ਜਿਹੜੀ ਆ, ਉਹਨਾਂ ਨੂੰ ਕਿਸੇ ਚੀਜ਼ ਦੀ ਤੰਗੀ ਨਾ ਹੋਵੇ। ਅੱਛਾ, ਮਹੀਨਾ ਮੁੱਕਦਾ ਨਹੀਂਗਾ, ਪਹਿਲੇ ਉਹਨਾਂ ਨੇ ਹਿਸਾਬ ਲਾਇਆ ਹੁੰਦਾ, ਯਾਰ ਇੰਨੇ ਦੁੱਧ ਵਾਲੇ ਤੇ ਚਲੇ ਜਾਣਾ, ਇੰਨੇ ਕਰਿਆਨੇ ਵਾਲੇ ਤੇ ਚਲੇ ਜਾਣਾ, ਇੰਨੇ ਬੱਚਿਆਂ ਦੀ ਸਕੂਲ ਦੀ ਫੀਸ ਚਲੀ ਜਾਣੀ, ਇੰਨੀ ਚਾਹ ਚਲੀ ਜਾਣੀ ਆ, ਸਾਰੀਆਂ ਚੀਜ਼ਾਂ ਦੀ ਕੈਲਕੂਲੇਸ਼ਨ ਲਾਈ ਹੁੰਦੀ ਆ। ਜਦੋਂ ਆਪ ਨੂੰ ਆ ਕੇ ਬਚਦਾ ਵਾ, ਆਪ ਨੂੰ ਆ ਕੇ ਸਿਰਫ ਉਹੀ ਜਿਹੜਾ ਖਾਣ ਪੀਣ ਦਾ ਖਰਚਾ ਹੁੰਦਾ ਬਾਸ ਟਾਈਮ, ਉਹ ਵੀ ਜਿਹੜਾ ਨਾ ਕਿਸੇ ਕੋਲੋਂ ਫੜ ਕੇ ਦੇ ਕੇ ਚੱਲ ਯਾਰ ਮੇਰਾ ਮਹੀਨੇ ਦਾ ਨਿਜ਼ਾਮ ਚੱਲ ਜਾਵੇ, ਅੱਗੇ ਅਗਲੀ ਸੈਲਰੀ ਤੇ ਫੇਰ ਕਰ ਲੈ। ਅਗਲੀ ਸੈਲਰੀ ਜਦੋਂ ਆਉਂਦੀ ਆ, ਇਹ ਜਿਹੜਾ ਕਰਜ਼ਾ ਸਿਰ ਚੜ ਜੋ ਗਿਆ ਹੁੰਦਾ, ਅੱਗੇ ਤੋਂ ਨਵਾਂ ਫਿਰ ਸੋਚ ਲੈਂਦੇ ਕਿ ਯਾਰ ਹੁਣ ਕੀ ਕਰੂੰਗਾ, ਮੇਰਾ ਯਾਰ ਓਵਰ ਟਾਈਮ ਨਹੀਂ ਲੱਗਿਆ। ਖੁਦਾ ਦੀ ਕਸਮ ਇੰਨੇ ਮਸਲੇ ਮਸਾਇਲ ਆ ਕਿ ਸੋਚ ਨਹੀਂ ਸਕਦੇ ਤੁਸੀਂ। ਫਿਰ ਜਦੋਂ ਅੱਗੋਂ ਰਿਸਪੌਂਸ ਨਾ ਮਿਲੇ, ਜਾਂ ਫਿਰ ਅਗਲੇ ਕੀ ਕਹਿੰਦੇ, ਘਰ ਦੇ ਕਹਿ ਦਿੰਦੇ ਕਿ ਤੁਸੀਂ ਇੱਥੇ ਜੋੜ ਕੇ ਰੱਖਣ ਦੇ ਆ, ਫਿਰ ਉਹ ਯਾਰ ਪਰਦੇਸੀ ਦੀ ਜ਼ਿੰਦਗੀ ਤੇ ਲਾਹਨਤ ਨਹੀਂ ਹੈਗੀ, ਜਿਹੜਾ ਆਪਣੇ ਵਾਸਤੇ ਨਹੀਂ ਬਚਾਉਣ ਦਿਆ, ਸਿਰਫ ਤੁਹਾਨੂੰ ਖੁਸ਼ ਕਰਨ ਦਿਆ।